ਸਤਿ ਸ਼੍ਰੀ ਅਕਾਲ। HSN TV ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਨਿੱਘਾ ਸਵਾਗਤ। ਮੈਂ ਹਾਂ ਸ਼ੀਤਲ ਠਾਕੁਰ। ਆਓ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਇਹਨਾਂ ਸੁਰਖੀਆਂ ਤੋਂ। ਐਲਨ ਮਸਕ ਨੇ ਨਵੇਂ ਟਵੀਟ ਨੇ ਮਚਾਈ ਹਲਚਲ। ਕਿਹਾ, ਜੇਕਰ ਮੈਂ ਸ਼ੱਕੀ ਹਾਲਾਤਾਂ ਦੇ ਵਿੱਚ ਮਰ ਜਾਵਾਂ ਤਾਂ ਨਿਊ ਮੈਕਸੀਕੋ ਦੇ ਵਿੱਚ ਤੇਜ਼ ਹਵਾਵਾਂ ਦੇ ਕਾਰਨ ਜੰਗਲ ਦੀ ਅੱਗ ਤੇ ਕਾਬੂ ਪਾਉਣ ਦੇ ਵਿੱਚ ਆ ਰਹੀਆਂ ਨੇ ਮੁਸ਼ਕਲਾਂ। ਕੈਨੇਡਾ ਦੇ ਵਿੱਚ ਹਜ਼ਾਰਾਂ ਜਾਲੀ ਸਿੱਕੇ ਬਰਾਮਦ ਕਰਕੇ ਇੱਕ ਵਿਅਕਤੀ ਹੋਇਆ ਕਾਬੂ। ਲਿਬਰਲਾਂ ਨੇ ਜਾਰੀ ਕੀਤਾ ਚੋਣ ਪਲੇਟਫਾਰਮ। ਓਨਟਾਰੀਓ ਦੇ ਵਿੱਚ 15,000 ਵਰਕਰ ਹੜਤਾਲ ਦੇ ਉੱਤੇ। ਨੀਟ ਸਿਲੇਬਸਾਂ ਦੇ ਕੱਟ ਆਫ ਅੰਕਾਂ ਦੇ ਵਿੱਚ ਦਖਲ ਤੋਂ ਸੁਪਰੀਮ ਕੋਰਟ ਦੀ ਨਾ। ਖਾਲਿਸਤਾਨੀ ਝੰਡੇ ਲਾਉਣ ਦਾ ਮਾਮਲਾ। ਹਿਮਾਚਲ ਦੀਆਂ ਸਰਹੱਦਾਂ ਤੇ ਵਧਾਈ ਗਈ ਚੌਕਸੀ। ਪ੍ਰਸ਼ਾਸਨ ਹਾਈ ਅਲਰਟ। ਮਨਜਿੰਦਰ ਸਿਰਸਾ ਨੇ DSP ਕੁਲਜਿੰਦਰ ਸੰਧੂ ਦੇ ਨਸ਼ਾ ਤਸਕਰਾਂ ਦੇ ਨਾਲ ਸੰਬੰਧਾਂ ਦਾ ਸਬੂਤਾਂ ਸਮੇਤ ਕੀਤਾ ਖੁਲਾਸਾ। ਡੇਰਾ ਬਾਬਾ ਨਾਨਕ ਦੇ ਨੇੜੇ ਸ਼ੱਕੀ ਨਾਲੇ ਦੀ ਦਲਦਲ ਦੇ ਵਿੱਚ ਫਸਣ ਦੇ ਕਾਰਨ 70 ਮੱਝਾਂ ਦੀ ਹੋਈ ਮੌਤ। ਮੁਹਾਲੀ ਦੇ ਇੰਟੈਲੀਜੈਂਸ ਦਫ਼ਤਰ ਦੇ ਬਾਹਰ ਹੋਇਆ ਵੱਡਾ ਧਮਾਕਾ। ਪੂਰਾ ਇਲਾਕਾ ਕਰ ਦਿੱਤਾ ਗਿਆ ਸੀਲ। CM ਮਾਨ ਅੱਜ ਪ੍ਰਿੰਸੀਪਲ ਤੇ ਅਧਿਆਪਕਾਂ ਦੇ ਨਾਲ ਕਰਨਗੇ ਮੁਲਾਕਾਤ। ਸਿੱਖਿਆ ਸੰਬੰਧੀ ਕਰ ਸਕਦੇ ਨੇ ਵੱਡਾ ਐਲਾਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਐਲਾਨ। ਦੇਸ਼ ਦੇ ਵਿੱਚ ਹੁਣ ਜਨਗਣਨਾ ਹੋਵੇਗੀ। ਹੁਣ ਖਬਰਾਂ ਵਿਸਥਾਰ ਨਾਲ। ਉਧਰ ਅਮਰੀਕਾ ਦੇ ਟਵਿੱਟਰ ਖਰੀਦਣ ਤੋਂ ਬਾਅਦ ਟੈਸਲਾ ਦੇ CEO ਐਲਨ ਮਸਕ ਦੇ ਲਗਾਤਾਰ ਸੁਰਖੀਆਂ ਦੇ ਵਿੱਚ ਉਹ ਬਣੇ ਹੋਏ ਨੇ। ਐਲਨ ਮਸਕ ਆਏ ਦਿਨੀ ਕੋਈ ਨਾ ਕੋਈ ਨਵਾਂ ਟਵੀਟ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੇ ਨੇ। ਹੁਣ ਉਹਨਾਂ ਨੇ ਨਵੇਂ ਟਵੀਟ ਦੇ ਉੱਤੇ ਹਲਚਲ ਮਚਾ ਦਿੱਤੀ ਹੈ। ਮਸਕ ਨੇ ਆਪਣੇ ਨਵੇਂ ਟਵੀਟ ਦੇ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਦੀ ਗੱਲ ਕੀਤੀ। ਉਹਨਾਂ ਦਾ ਇਹ ਟਵੀਟ ਚਰਚਾ ਦੇ ਵਿੱਚ ਆ ਗਿਆ। ਸੋਮਵਾਰ ਸਵੇਰੇ ਐਲਨ ਮਸਕ ਨੇ ਲਿਖਿਆ ਕਿ ਜੇਕਰ ਸ਼ੱਕੀ ਹਾਲਾਤਾਂ ਦੇ ਵਿੱਚ ਮੇਰੀ ਮੌਤ ਹੋ ਜਾਂਦੀ ਹੈ ਜਾਂ ਤਾਂ ਇਹ ਕਾਫੀ ਹੱਦ ਤੱਕ ਨਾਈਸ ਨੋਨ ਜਾਂ ਹੋਵੇਗਾ। ਮਸਕ ਦੇ ਟਵੀਟ ਦੇ ਬਾਰੇ ਸਿੱਧੇ ਤੌਰ ਤੇ ਕੁਝ ਸਮਝ ਨਹੀਂ ਆਇਆ, ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਸਕ ਨਾਈਸ ਨੋਵਿਨ ਜਾਂ ਗਾਣੇ ਦਾ ਜ਼ਿਕਰ ਕਰ ਰਹੇ ਨੇ, ਜਿਸ ਗਾਣੇ ਦਾ ਐਲਬਮ ਦਾ ਐਲਨ ਨੇ ਜ਼ਿਕਰ ਕੀਤਾ ਹੈ। ਇਸ ਸਾਲ 2018 ਦੇ ਵਿੱਚ ਆਈ ਇਹ ਨਵੀਂ ਐਲਬਮ ਹੈ। ਮਸਕ ਦੇ ਇਸ ਟਵੀਟ ਤੇ ਯੂਜ਼ਰਸ ਮਜ਼ੇਦਾਰ ਪ੍ਰਤੀਕਿਰਿਆ ਦੇ ਰਹੇ ਨੇ। ਇੱਕ ਯੂਜ਼ਰ ਨੇ ਮਜ਼ਾਕੀਆ ਅੰਦਾਜ਼ ਦੇ ਵਿੱਚ ਲਿਖਿਆ ਕਿ ਦੁਨੀਆ ਨੂੰ ਅਜੇ ਮਸਕ ਦੀ ਬਹੁਤ ਜ਼ਰੂਰਤ ਹੈ, ਇਸ ਲਈ ਉਹ ਇੰਨੀ ਜਲਦੀ ਨਹੀਂ ਜਾ ਸਕਦੇ। ਉੱਥੇ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਸਾਨੂੰ ਮਸਕ ਨੂੰ ਹਰ ਕੀਮਤ ਤੇ ਬਚਾਉਣਾ ਹੋਵੇਗਾ। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਤੁਹਾਡੇ ਜਾਣ ਤੋਂ ਬਾਅਦ ਮੈਨੂੰ ਟਵਿੱਟਰ ਮਿਲ ਸਕਦਾ ਹੈ। ਤਾਂ ਅੰਦਾਜ਼ੇ ਕਿ ਐਲਨ ਮਸਕ ਨੇ ਪਿਛਲੇ ਮਹੀਨੇ ਹੀ 44 ਅਰਬ ਡਾਲਰ ਦੇ ਵਿੱਚ ਟਵਿੱਟਰ ਖਰੀਦਣ ਦੀ ਡੀਲ ਕੀਤੀ ਸੀ। ਟਵਿੱਟਰ ਦੀ ਡੀਲ ਹੋਣ ਤੋਂ ਬਾਅਦ ਉਹਨਾਂ ਨੇ ਇਸ ਦੇ ਵਿੱਚ ਕਈ ਬਦਲਾਵ ਕਰਨ ਦੇ ਵੱਲ ਇਸ਼ਾਰਾ ਵੀ ਕੀਤਾ, ਖਾਸ ਕਰਕੇ ਫ੍ਰੀ ਸਪੀਚ ਦਾ। ਉੱਥੇ ਹੀ ਹਾਲ ਹੀ ਦੇ ਵਿੱਚ ਉਹਨਾਂ ਨੇ ਟਵੀਟ ਕੀਤਾ ਕਿ ਹੁਣ ਟਵਿੱਟਰ ਦਾ ਇਸਤੇਮਾਲ ਕਰਨ ਤੇ ਪੈਸੇ ਦੇਣੇ ਹੋਣਗੇ। ਉਧਰ ਅਮਰੀਕਾ ਦੇ ਨਿਊ ਮੈਕਸੀਕੋ ਦੇ ਵਿੱਚ ਐਤਵਾਰ ਨੂੰ ਤੇਜ਼ ਹਵਾਵਾਂ ਚੱਲਣ ਦੇ ਨਾਲ ਜੰਗਲ ਦੇ ਵਿੱਚ ਲੱਗੀ ਭਿਆਨਕ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਫਾਇਰ ਫਾਈਟਰਸ ਦੀਆਂ ਪਰੇਸ਼ਾਨੀਆਂ ਹੋਰ ਵੱਧ ਗਈਆਂ ਨੇ। ਹਾਲਾਂਕਿ ਇਸ ਦੇ ਨਾਲ ਲੱਗਦੇ ਪਿੰਡੂ ਖੇਤਰ ਦੀ ਜ਼ਿਆਦਾਤਰ ਆਬਾਦੀ ਹੁਣ ਸੁਰੱਖਿਅਤ ਹੈ। ਫਾਇਰ ਡਿਪਾਰਟਮੈਂਟ ਦੇ ਬੁਲਾਰੇ ਟੌਡ ਅਬੇਲ ਨੇ ਐਤਵਾਰ ਸ਼ਾਮ ਨੂੰ ਕਿਹਾ ਕਿ ਇਹ ਕਾਫੀ ਚੁਣੌਤੀਪੂਰਨ ਦਿਨ ਰਿਹਾ। ਹਵਾਵਾਂ ਬੇਹੱਦ ਤੇਜ਼ ਚੱਲਣ ਲੱਗੀਆਂ ਨੇ। ਪਿੰਡੂ ਖੇਤਰ ਦੇ ਸਭ ਤੋਂ ਵੱਡੇ ਕਸਬੇ ਨਿਊ ਮੈਕਸੀਕੋ ਦੀ ਆਬਾਦੀ ਕਰੀਬ 13,000 ਹੈ। ਅਬੇਲ ਨੇ ਦੱਸਿਆ ਕਿ ਪੂਰਬੀ ਹਿੱਸੇ ਦੇ ਵਿੱਚ ਸਥਿਤੀ ਹੁਣ ਕਾਫੀ ਕਾਬੂ ਦੇ ਵਿੱਚ ਹੈ। ਹਾਲਾਂਕਿ ਉੱਤਰੀ ਅਤੇ ਦੱਖਣੀ ਸਿਰੇ ਤੇ ਅੱਗ ਅਜੇ ਵੀ ਲੱਗੀ ਹੋਈ ਹੈ ਤੇ ਫਾਇਰ ਫਾਈਟਰਸ ਲਗਾਤਾਰ ਉਸ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕਰੀਬ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣ ਦੇ ਨਾਲ ਕਰਮਚਾਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੈਸ਼ਨਲ ਇੰਟਰ ਏਜੰਸੀ ਫਾਇਰ ਸੈਂਟਰ ਨੇ ਐਤਵਾਰ ਸਵੇਰੇ ਦੱਸਿਆ ਕਿ ਅੱਗ ਦੇ ਕਾਰਨ 20,000 ਤੋਂ ਜ਼ਿਆਦਾ ਢਾਂਚਿਆਂ ਤੇ ਖਤਰਾ ਮੰਡਰਾ ਰਿਹਾ ਹੈ। ਪਿਛਲੇ 2 ਹਫ਼ਤੇ ਦੇ ਵਿੱਚ ਅੱਗ ਦੇ ਕਾਰਨ 300 ਤੋਂ ਵੀ ਜ਼ਿਆਦਾ ਘਰ ਤਬਾਹ ਹੋ ਚੁੱਕੇ ਨੇ। ਅੱਗ ਤੇ ਪੂਰੀ ਤਰ੍ਹਾਂ ਜੁਲਾਈ ਦੇ ਅੰਤ ਤੱਕ ਕਾਬੂ ਪਾਇਆ ਜਾ ਸਕੇਗਾ। ਉਧਰ ਕੈਨੇਡਾ ਭਰ ਦੇ ਵਿੱਚ ਚੱਲ ਰਹੇ 10,000 ਜਾਲੀ ਸਿੱਕਿਆਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਓਨਟਾਰੀਓ ਦੇ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੇ ਅਨੁਸਾਰ ਆਪਣੀ ਅਚਨਚੇਤੀ ਸੈਂਪਲਿੰਗ ਪ੍ਰਕਿਰਿਆ ਦੇ ਦੌਰਾਨ ਰਾਇਲ ਕੈਨੇਡੀਅਨ ਮਿੰਟ ਨੇ ਪਾਇਆ ਕਿ ਬਾਜ਼ਾਰ ਦੇ ਵਿੱਚ ਜਾਲੀ ਕਰੰਸੀ ਚੱਲ ਰਹੀ ਹੈ। ਇਸ ਤੋਂ ਬਾਅਦ RCMP ਨੇ 2021 ਦੀਆਂ ਗਰਮੀਆਂ ਦੇ ਵਿੱਚ ਜਾਂਚ ਸ਼ੁਰੂ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ RCMP ਨੇ 10,000 ਜਾਲੀ ਟੂਨਿੰਗਸ ਬਰਾਮਦ ਕੀਤੇ ਨੇ, ਜਿਹੜੇ ਕਿ ਕੈਨੇਡੀਅਨ ਬੈਂਕਿੰਗ ਸਿਸਟਮ ਦੇ ਵਿੱਚ ਚੱਲ ਰਹੇ ਨੇ। ਪੁਲਿਸ ਦੇ ਅਨੁਸਾਰ ਅਜੇ ਵੀ ਜਾਲੀ ਸਿੱਕੇ ਕਰੰਸੀ ਸਿਸਟਮ ਦੇ ਵਿੱਚ ਬਣੇ ਹੋਏ ਨੇ। RCMP ਨੇ ਦੱਸਿਆ ਕਿ ਉਹਨਾਂ ਦੇ ਰਿਚਮੰਡ ਹਿਲ ਦੇ 68 ਸਾਲਾ ਵਿਅਕਤੀ ਡਾਇਗ ਜ਼ਿਉਂਗ ਹੀ ਉਸ ਨੂੰ ਜਾਲੀ ਕਰੰਸੀ ਚਲਾਉਣ ਤੇ ਆਪਣੇ ਕੋਲ ਰੱਖਣ ਦੀ ਚਾਰਜ ਕੀਤਾ ਹੈ। ਉਧਰ ਓਨਟਾਰੀਓ ਦੀ ਲਿਬਰਲ ਪਾਰਟੀ ਦੇ ਵੱਲੋਂ ਪੂਰੀ ਲਾਗਤ ਵਾਲਾ ਆਪਣਾ ਚੋਣ ਪਲੇਟਫਾਰਮ ਜਾਰੀ ਕਰ ਦਿੱਤਾ ਗਿਆ। ਇਸ ਦਾ ਨਾਮ ਰੱਖਿਆ ਗਿਆ A+2 ਗਰੋ। ਇਸ ਦੇ ਵਿੱਚ ਪ੍ਰੋਵਿੰਸ ਦੇ ਲਈ ਮੁਕੰਮਲ ਹਾਊਸਿੰਗ ਪਲੇਟਫਾਰਮ ਸ਼ਾਮਲ ਹੈ। ਪਾਰਟੀ ਦੇ ਵੱਲੋਂ ਅਗਲੇ 4 ਸਾਲਾਂ ਦੇ ਵਿੱਚ 16.4 ਬਿਲੀਅਨ ਡਾਲਰ ਖਰਚ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ, ਪਰ ਉਹਨਾਂ ਨੇ ਇਹ ਵੀ ਆਖਿਆ ਕਿ ਉਹਨਾਂ ਦਾ ਘਾਟਾ ਵੀ PC ਪਾਰਟੀ ਦੇ ਬਰਾਬਰ ਹੀ ਰਹੇਗਾ, ਜੋ ਕਿ ਸਾਲ ਅਚਨਚੇਤੀ ਫੰਡਾਂ ਨੂੰ ਮੁੜ ਲੋਕੇਟ ਕਰਨ ਤੋਂ ਬਾਅਦ 19.9 ਬਿਲੀਅਨ ਡਾਲਰ ਰਹੇਗਾ। ਉਹਨਾਂ ਨੇ ਆਖਿਆ ਕਿ ਇਹਨਾਂ ਫੰਡਾਂ ਨੂੰ ਵਰਤਣ ਤੋਂ ਬਾਅਦ ਵੀ ਉਹਨਾਂ ਦੇ ਪਲਾਨ ਦੇ ਵਿੱਚ ਐਮਰਜੈਂਸੀ ਦੇ ਲਈ 3.4 ਬਿਲੀਅਨ ਡਾਲਰ ਫੰਡ 2022-23 ਦੇ ਲਈ ਰਾਖਵੇਂ ਰਹਿ ਜਾਣਗੇ। ਲਿਬਰਲਾਂ ਨੇ ਆਖਿਆ ਕਿ ਉਹ 2026-27 ਤੱਕ ਬਜਟ ਨੂੰ ਸੰਤੁਲਿਤ ਕਰ ਦੇਣਗੇ। ਇੱਥੇ ਹੀ ਬਸ ਨਹੀਂ, ਸੱਤਾ ਦੇ ਵਿੱਚ ਆਉਣ ਤੋਂ ਪਹਿਲੇ 100 ਦਿਨਾਂ ਦੇ ਅੰਦਰ ਉਹ ਪ੍ਰੋਵਿੰਸ ਦੀ ਵਿੱਤੀ ਸਥਿਤੀ ਦਾ ਡੂੰਘਾਈ ਦੇ ਵਿੱਚ ਮੁਲਾਂਕਣ ਵੀ ਕਰਨਗੇ। ਹਾਊਸਿੰਗ ਪਲੇਟਫਾਰਮ ਦੇ ਵਿੱਚ ਓਨਟਾਰੀਓ ਦੇ ਸਾਰੇ ਘਰਾਂ ਦੇ ਲਈ ਰੈਂਟ ਕੰਟਰੋਲ ਮੁੜ ਸ਼ੁਰੂ ਕਰਨ ਦਾ ਤਹਈਆ ਵੀ ਪ੍ਰਗਟਾਇਆ ਗਿਆ। ਇਸ ਨੂੰ ਫੋਰਡ ਸਰਕਾਰ ਦੇ ਵੱਲੋਂ ਉਸ ਸਮੇਂ ਖਤਮ ਕਰ ਦਿੱਤਾ ਗਿਆ ਸੀ ਜਦੋਂ ਉਹ ਸੱਤਾ ਦੇ ਵਿੱਚ ਆਈ ਸੀ। NDP ਤੇ PC ਪਾਰਟੀ ਦੇ ਵਾਂਗ ਲਿਬਰਲਾਂ ਨੇ 1.5 ਮਿਲੀਅਨ ਨਵੇਂ ਕਿਫਾਇਤੀ ਘਰ ਬਣਾਉਣ ਦਾ ਵਾਅਦਾ ਕੀਤਾ। ਲਿਬਰਲਾਂ ਨੇ ਆਖਿਆ ਕਿ ਉਹ ਨਵੀਂ ਓਨਟਾਰੀਓ ਹੋਮ ਬਿਲਡਿੰਗ ਕਾਰਪੋਰੇਸ਼ਨ ਕਾਇਮ ਕਰਨਗੇ ਤਾਂ ਕਿ ਕਿਫਾਇਤੀ ਘਰਾਂ ਦਾ ਨਿਰਮਾਣ ਹੋ ਸਕੇ ਅਤੇ ਉਹਨਾਂ ਨੂੰ ਵਿੱਤੀ ਮਦਦ ਵੀ ਦਿੱਤੀ ਜਾ ਸਕੇ। ਇਹ ਘਰ ਪਹਿਲੀ ਵਾਰੀ ਘਰ ਖਰੀਦਿਆਂ ਵਾਲਾ ਨਹੀਂ ਹੋਏਗਾ।
ਇਹ ਕਰ ਪਹਿਲੀ ਵਾਰੀ ਘਰ ਖਰੀਦਣ ਵਾਲਿਆਂ ਦੇ ਲਈ ਹੋਣਗੇ। ਪਾਰਟੀ ਖਾਲੀ ਪਏ ਘਰਾਂ ਦੇ ਉੱਤੇ ਟੈਕਸ ਵੀ ਲਾਵੇਗੀ। ਲਿਬਰਲਾਂ ਨੇ ਇਹ ਵੀ ਵਾਅਦਾ ਕੀਤਾ ਕਿ ਘਰਾਂ ਦਾ ਨਿਰੀਖਣ ਵੀ ਕੀਤਾ ਜਾਵੇਗਾ ਤੇ ਘਰਾਂ ਦੇ ਨਿਰੀਖਣ ਨੂੰ ਕਾਨੂੰਨੀ ਅਧਿਕਾਰ ਦਾ ਦਰਜਾ ਵੀ ਦਿਵਾਇਆ ਜਾਵੇਗਾ। ਵੋਟਰਾਂ ਦੇ ਨਾਲ ਲਿਬਰਲਾਂ ਨੇ ਕਰਾਰ ਕੀਤਾ ਕਿ ਰੀਜਨਲ ਪੱਧਰ ਦੇ ਉੱਤੇ $16 ਪ੍ਰਤੀ ਘੰਟੇ ਦੀ ਘੱਟ ਤੋਂ ਘੱਟ ਉਜਰਤਾਂ ਸ਼ੁਰੂ ਕੀਤੀਆਂ ਜਾਣਗੀਆਂ। ਲਿਬਰਲਾਂ ਦੇ ਵੱਲੋਂ ਪਲੇਟਫਾਰਮ ਦੇ ਵਿੱਚ ਸ਼ਾਮਲ ਕੀਤੇ ਗਏ ਹੋਰਨਾਂ ਐਲਾਨਾਂ ਦੇ ਵਿੱਚ ਲੌਂਗ ਟਰਮ ਪ੍ਰੋਫਿਟ ਕੇਅਰ ਨੂੰ ਖਤਮ ਕਰਨਾ, ਪੂਰੇ ਪ੍ਰੋਵਿੰਸ ਦੇ ਵਿੱਚ $1 ਦੀ ਰਾਈਡ, ਸਰਜੀਕਲ ਬੈਕਲੌਗ ਨੂੰ ਖਤਮ ਕਰਨਾ, ਵਰਕਰਸ ਦੇ ਲਈ ਪੇਡ ਸਿਕ ਡੇਜ਼, ਹਾਈਵੇ 413 ਨੂੰ ਰੱਦ ਕਰਨਾ ਆਦਿ ਸ਼ਾਮਲ ਹੋਵੇਗਾ। ਉਧਰ ਕਾਰਪੈਂਟਰਸ ਡਿਸਟ੍ਰਿਕਟ ਕਾਉਂਸਲ ਆਫ ਅੰਟਾਰੀਓ ਦੇ ਵਰਕਰਸ ਦੇ ਵੱਲੋਂ ਸੋਮਵਾਰ ਨੂੰ ਹੜਤਾਲ ਦਿੱਤੇ ਜਾਣ ਦੇ ਕਾਰਨ ਅੰਟਾਰੀਓ ਭਰ ਦੇ ਵਿੱਚ ਇੰਡਸਟਰੀਅਲ ਅਤੇ ਕਮਰਸ਼ੀਅਲ ਕੰਸਟਰਕਸ਼ਨਸ ਪ੍ਰੋਜੈਕਟ ਅਧਵੱਟੇ ਲਮਕ ਗਏ ਨੇ। ਯੂਨੀਅਨ ਦੇ ਪ੍ਰੈਜ਼ੀਡੈਂਟ ਮਾਈਕ ਯਾਰਕ ਨੇ ਦੱਸਿਆ ਕਿ ਇੰਡਸਟਰੀਅਲ, ਕਮਰਸ਼ੀਅਲ ਤੇ ਇੰਸਟੀਟਿਊਸ਼ਨਲ ਸੈਕਟਰ ਤੇ ਇੰਪਲੋਇਰਸ ਦੇ ਵੱਲੋਂ ਕੀਤੀ ਗਈ ਪੇਸ਼ਕਸ਼ ਠੁਕਰਾਉਣ ਤੋਂ ਬਾਅਦ ਅੰਦਾਜ਼ਨ 15,000 ਵਰਕਰ ਸੋਮਵਾਰ ਨੂੰ ਹੜਤਾਲ ਉੱਤੇ ਚਲੇ ਗਏ। ਉਹਨਾਂ ਨੇ ਦੱਸਿਆ ਕਿ ਹੜਤਾਲ ਦੇ ਨਾਲ ਕਈ ਟ੍ਰਾਂਜ਼ਿਟ ਪ੍ਰੋਜੈਕਟਸ ਜਿਸ ਦੇ ਵਿੱਚ ਐਗਲਿੰਟਨ ਕ੍ਰਾਸਟਾਊਨ LRT ਲਾਈਨ ਦਾ ਕੰਮ ਵੀ ਸ਼ਾਮਲ ਹੈ, ਉਸ ਦਾ ਕੰਮ ਵੀ ਪ੍ਰਭਾਵਿਤ ਹੋ ਸਕਦਾ ਹੈ। ਹਸਪਤਾਲਾਂ ਦਾ ਕੰਮ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ, ਪਰ ਉਹਨਾਂ ਨੇ ਵੀ ਆਖਿਆ ਕਿ ਰਹਾਇਸ਼ੀ ਉਸਾਰੀ ਦਾ ਕੰਮ ਪ੍ਰਭਾਵਿਤ ਨਹੀਂ ਹੋਵੇਗਾ। ਯਾਰਕ ਨੇ ਆਖਿਆ ਕਿ ਪ੍ਰੋਵਿੰਸ ਦੇ ਵਿੱਚ ਕਈ ਥਾਵਾਂ ਦੇ ਉੱਤੇ ਧਰਨਾ ਲਗਾਇਆ ਜਾਵੇਗਾ, ਜਿਸ ਦੇ ਵਿੱਚ ਇੱਕ ਦਾ ਵੈਲ ਐਟ ਸਪੈਡੀਨਾ ਐਵਨਿਊ ਤੇ ਡਾਊਨਟਾਊਨ ਟੋਰਾਂਟੋ ਦੇ ਵਿੱਚ ਵੈਲਿੰਗਟਨ ਸਟਰੀਟ ਆਦਿ ਉੱਤੇ ਵਰਕਰਸ ਤੇ ਇੰਪਲੋਇਰਸ ਦੇ ਦਰਮਿਆਨ ਕੜੀ ਦਾ ਕੰਮ ਪੱਤੇ ਹੀ ਕਰਦੇ ਹਨ। ਯਾਰਕ ਨੇ ਆਖਿਆ ਕਿ ਮਹਾਮਾਰੀ ਦੇ ਦਰਮਿਆਨ ਵੀ ਅਹਿਮ ਇਨਫਰਾਸਟ੍ਰਕਚਰ ਦਾ ਨਿਰਮਾਣ ਕਰਨ ਦੇ ਵਿੱਚ ਕਾਰਪੈਂਟਰਸ ਤੇ ਕੋਈ ਕਸਰ ਬਾਕੀ ਨਹੀਂ ਛੱਡੀ। ਰਹਿਣ ਸਹਿਣ ਦੀ ਲਾਗਤ ਵਧਣ ਦੇ ਨਾਲ ਯੂਨੀਅਨ ਤੇ ਇਸ ਦੇ ਮੈਂਬਰਾਂ ਦਾ ਮੰਨਣਾ ਹੈ ਕਿ ਉਹਨਾਂ ਦੇ ਭੱਤਿਆਂ ਦੇ ਵਿੱਚ ਵਾਧਾ ਹੋਣਾ ਚਾਹੀਦਾ ਹੈ। ਉਹਨਾਂ ਨੇ ਆਖਿਆ ਕਿ ਯੂਨੀਅਨ ਅਗਲੇ ਹਫ਼ਤੇ ਦੇ ਅੰਤ ਤੱਕ ਗੱਲਬਾਤ ਜਾਰੀ ਕਰਨ ਦੀ ਆਸ ਦੇ ਨਾਲ ਗੱਲਬਾਤ ਕਰਨ ਦੇ ਲਈ ਬਾਰਗੇਨਿੰਗ ਟੇਬਲ ਦੇ ਉੱਤੇ ਆਉਣ ਦੇ ਲਈ ਤਿਆਰ ਹੈ। ਉਧਰ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਰਾਸ਼ਟਰੀ ਪਾਤਰਤਾ ਸਹਿ ਪ੍ਰਵੇਸ਼ ਪ੍ਰੀਖਿਆ ਦੇ ਸੁਪਰ ਸਪੈਸ਼ਲਿਟੀ ਸਿਲੇਬਸਾਂ ਦੇ ਵਿੱਚ ਦਾਖਲੇ ਦੇ ਲਈ ਕੱਟ ਆਫ ਪਰਸਟਾਈਲ ਨੂੰ ਘੱਟ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਤੇ ਕਿਹਾ ਕਿ ਡਾਕਟਰਾਂ ਨੂੰ ਮਰੀਜ਼ ਦੇ ਜੀਵਨ ਨੂੰ ਬਚਾਉਣਾ ਹੁੰਦਾ ਹੈ ਤੇ ਯੋਗਤਾ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ। ਜਸਟਿਸ DYD ਚੰਦਰਚੂੜ ਤੇ ਜਸਟਿਸ ਸੂਰਿਆਕਾਂਤ ਦੀ ਬੈਂਚ ਨੇ ਕਿਹਾ ਕਿ ਪਰਸੈਂਟਾਈਲ ਨੂੰ ਘੱਟ ਨਾ ਕਰਨ ਦਾ ਫੈਸਲਾ ਲਿਆ ਗਿਆ, ਜੋ ਕਿ ਅਕੈਡਮਿਕ ਨੀਤੀ ਦਾ ਮਾਮਲਾ ਹੈ ਤੇ ਇਸ ਨੂੰ ਗਲਤ ਨਹੀਂ ਠਹਿਰਾਇਆ ਜਾ ਸਕਦਾ। ਬੈਂਚ ਨੇ ਕਿਹਾ ਕਿ ਖਾਲੀ ਸੀਟਾਂ ਤੇ ਕਾਉਂਸਲਿੰਗ ਦੇ ਲਈ ਉਮੀਦਵਾਰ ਲੋੜੀਂਦੀ ਗਿਣਤੀ ਦੇ ਵਿੱਚ ਮੁਹੱਈਆ ਹਨ, ਪਰ ਪਰਸੈਂਟਾਈਲ ਨੂੰ ਘੱਟ ਨਾ ਕਰਨ ਦਾ ਫੈਸਲਾ ਯੋਗਤਾ ਦੇ ਨਾਲ ਸਮਝੌਤਾ ਨਾ ਕਰਨ ਤੇ ਆਧਾਰਿਤ ਹੈ। ਕੱਟ ਆਫ ਘੱਟ ਕਰਨ ਦੀ ਬੇਨਤੀ ਦੇ ਕਰਨ ਵਾਲੇ ਪਟੀਸ਼ਨ ਕਰਤਾਵਾਂ ਦੇ ਵੱਲੋਂ ਪੇਸ਼ ਸੀਨੀਅਰ ਵਕੀਲ PS ਪਟਵਾਲੀਆ ਨੇ ਦਲੀਲ ਦਿੱਤੀ ਹੈ ਕਿ ਸਿੱਖਿਅਕ ਸਾਲ 2021-22 ਦੇ ਲਈ ਕੁੱਲ ਸੀਟਾਂ ਦੇ ਵਿੱਚ 940 ਸੀਟਾਂ ਅੱਜ ਖਾਲੀ ਨੇ। ਉਹਨਾਂ ਦੇ ਵਿੱਚ ਜੇਕਰ ਕੱਟ ਆਫ ਘੱਟ ਨਹੀਂ ਦਿੱਤਾ ਗਿਆ ਤਾਂ ਇਹ ਸੀਟਾਂ ਅਜਿਹੇ ਸਮੇਂ ਦੇ ਵਿੱਚ ਬੇਕਾਰ ਚਲੀਆਂ ਜਾਣਗੀਆਂ ਜਦੋਂ ਦੇਸ਼ ਨੂੰ ਡਾਕਟਰਾਂ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਸਮੇਂ-ਸਮੇਂ ਤੇ ਕੱਟ ਆਫ ਦੇ ਵਿੱਚ ਕਮੀ ਕੀਤੀ ਜਾਂਦੀ ਰਹੀ ਹੈ ਅਤੇ ਮੰਤਰਾਲੇ ਦੇ ਇਸ ਸਾਲ ਹੋਰਨਾਂ ਸਿਲੇਬਸਾਂ ਦੇ ਲਈ ਕੱਟ ਆਫ ਘੱਟ ਕੀਤਾ ਹੈ। ਕੇਂਦਰ ਦੇ ਵੱਲੋਂ ਪੇਸ਼ ਐਡੀਸ਼ਨਲ ਸੋਲਿਸਿਟਰ ਜਨਰਲ ਐਸ਼ਵਰਿਆ ਪਾਟੀ ਨੇ ਕਿਹਾ ਕਿ ਸਿੱਖਿਅਕ ਸਾਲ 2019-20 ਦੇ ਦੌਰਾਨ ਕੱਟ ਆਫ ਪਰਸੈਂਟਾਈਲ ਨੂੰ ਘਟਾ ਦਿੱਤਾ ਗਿਆ ਸੀ ਤੇ ਜੋ ਕਿ ਕੋਵਿਡ ਦੇ ਕਾਰਨ ਖਾਲੀ ਸੀਟਾਂ ਦੀ ਗਿਣਤੀ ਨੂੰ 809 ਤੋਂ ਘਟਾ ਕੇ 272 ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਸਿੱਖਿਅਕ ਸਾਲ 2020-21 ਦੇ ਲਈ ਪਰਸੈਂਟਾਈਲ ਨੂੰ 50 ਤੋਂ ਘਟਾ ਕੇ 45 ਕਰ ਦਿੱਤਾ ਗਿਆ ਸੀ, ਜਿਸ ਦੇ ਨਾਲ ਖਾਲੀ ਸੀਟਾਂ ਘਟ ਕੇ 91 ਹੋ ਗਈਆਂ ਸੀ, ਜੋ ਕਿ ਪਹਿਲਾਂ 900 ਤੋਂ ਵੀ ਵੱਧ ਸਨ। ਉਧਰ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੀਆਂ ਸਰਹੱਦਾਂ ਤੇ ਚੌਕਸੀ ਵਧਾ ਦਿੱਤੀ ਗਈ ਹੈ ਤੇ ਸਾਰੀ ਅੰਤਰਰਾਜੀ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਨਾਕਾਬੰਦੀ ਵੀ ਕਰ ਦਿੱਤੀ ਗਈ ਹੈ। ਬੰਬ ਨਿਰੋਧਕ ਦਸਤੇ ਤੋਂ ਇਲਾਵਾ QRT ਟੀਮਾਂ ਨੇ ਹਾਈ ਅਲਰਟ ਤੇ ਰੱਖਿਆ ਗਿਆ। ਧਰਮਸ਼ਾਲਾ ਤੇ ਤਪੋਵਨ ਕਾਂਡ ਤੋਂ ਬਾਅਦ ਪੁਲਿਸ ਡਾਇਰੈਕਟਰ ਜਨਰਲ ਸੰਜੇ ਕੁੰਡੂ ਨੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਸੁਪਰਡੈਂਟ ਸਮੇਤ CID ਦੇ ADGP ਅਤੇ IG ਤੇ ਸਾਰੇ ਰੇਂਜਾਂ ਤੇ DIGs ਨੂੰ ਆਦੇਸ਼ ਜਾਰੀ ਕਰ ਦਿੱਤੇ ਨੇ। ਹੁਕਮਾਂ ਦੇ ਵਿੱਚ ਖਾਲਿਸਤਾਨ ਦੇ ਸਮਰਥਨ ਦੇ ਵਿੱਚ ਪੋਸਟਰ ਚਿਪਕਾਉਣ ਵਾਲੇ ਦੋਸ਼ੀਆਂ ਤੇ ਸੰਭਾਵਿਤ ਟਿਕਾਣਿਆਂ ਤੇ ਛਾਪੇਮਾਰੀ ਕਰਨ ਦੇ ਲਈ ਵੀ ਕਿਹਾ ਗਿਆ। ਇਸ ਦੇ ਨਾਲ ਹੀ ਨਾਲ ਹੋਟਲਾਂ ਤੇ ਸਰਾਵਾਂ ਦੀ ਵੀ ਬਾਰੀਕੀ ਦੇ ਨਾਲ ਤਲਾਸ਼ੀ ਲਈ ਜਾਵੇਗੀ। ਉਹਨਾਂ ਨੇ ਕਿਹਾ ਕਿ ਰਾਤ ਦੀ ਗਸ਼ਤ ਸਖਤੀ ਦੇ ਨਾਲ ਲਾਗੂ ਕੀਤੀ ਜਾ ਰਹੀ ਹੈ। ਡੈਮ ਪ੍ਰੋਜੈਕਟਾਂ ਦੇ ਲਈ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ, ਬੱਸ ਸਟੈਂਡ, ਸਰਕਾਰੀ ਇਮਾਰਤਾਂ ਤੇ ਗਸ਼ਤ ਵਧਾਉਣ ਦੇ ਹੁਕਮ ਦਿੱਤੇ ਗਏ ਨੇ। ਪੁਲਿਸ ਡਾਇਰੈਕਟਰ ਜਨਰਲ ਦੇ ਸਰਕਾਰੀ, ਅਰਧ ਸਰਕਾਰੀ ਬੈਂਕਾਂ ਆਦਿ ਦੇ ਰਾਤ ਨੂੰ ਚੌਕੀਦਾਰਾਂ ਨੂੰ ਵੀ ਸਲਾਹ ਦਿੱਤੀ ਹੈ ਜੇਕਰ ਕੋਈ ਵੀ ਸ਼ੱਕੀ ਚੀਜ਼ ਮਿਲਦੀ ਹੈ ਤਾਂ ਤੁਰੰਤ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਜਾਵੇ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਿਧਾਨ ਸਭਾ ਦੇ ਗੇਟ ਦੇ ਬਾਹਰ ਖਾਲਿਸਤਾਨ ਦੇ ਝੰਡੇ ਲਗਾਉਣ ਤੋਂ ਬਾਅਦ ਪ੍ਰਸ਼ਾਸਨ ਹੁਣ ਹਾਈ ਅਲਰਟ ਮੋਡ ਤੇ ਆ ਗਿਆ। ਹਿਮਾਚਲ ਪ੍ਰਦੇਸ਼ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ। ਪੁਲਿਸ ਨੇ ਅੰਤਰਰਾਜੀ ਬਾਰਡਰਾਂ ਤੋਂ ਲੰਘਣ ਵਾਲੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਹੈ। ਸੂਬੇ ਦੇ DGP ਤੇ ਪੁਲਿਸ ਨੂੰ ਹਾਈ ਅਲਰਟ ਤੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਨੇ, ਜਿਸ ਦੇ ਤਹਿਤ ADGP, CID ਤੇ DIG ਰੇਂਜ ਅਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਹਿਮਾਚਲ ਦੇ ਨਾਲ ਲੱਗਦੇ ਸਾਰੇ ਬਾਰਡਰ ਸੀਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਇਸ ਤੋਂ ਇਲਾਵਾ ਪੁਲਿਸ ਨੂੰ ਹੋਟਲ ਅਤੇ ਠਹਿਰਨ ਦੀਆਂ ਥਾਵਾਂ ਤੇ ਜਾਂਚ ਕਰਨ ਦੇ ਵੀ ਆਦੇਸ਼ ਜਾਰੀ ਕਰ ਦਿੱਤੇ ਗਏ ਨੇ। ਪੁਲਿਸ ਨੇ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਵੀ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ। ਪੰਨੂ ਦਾ ਨਾਮ ਮੁੱਖ ਸਾਜ਼ਿਸ਼ਕਰਤਾਵਾਂ ਦੇ ਵਿੱਚੋਂ ਇੱਕ ਹੈ। ਵਰਣਨਯੋਗ ਹੈ ਕਿ ਗੁਰਪਤਵੰਤ ਸਿੰਘ ਫॉर ਸਿਕਸ ਜਸਟਿਸ ਦਾ ਮੈਂਬਰ ਹੈ। ਉਹਨਾਂ ਦਾ ਕਿਹਾ ਕਿ ਹਿਮਾਚਲ ਦੇ ਵਿੱਚ ਸਪੈਸ਼ਲ ਸੁਰੱਖਿਆ ਯੂਨਿਟ, ਬੰਬ ਨਿਰੋਧਕ ਦਸਤੇ ਅਤੇ ਕੁਇਕ ਰਿਐਕਸ਼ਨ ਟੀਮ ਨੂੰ ਹਾਈ ਅਲਰਟ ਮੋਡ ਤੇ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਇਸ ਦੇ ਨਾਲ ਹੀ ਨਾਲ ਬੱਸ ਸਟੈਂਡ, ਕਸਬੇ, ਸਰਕਾਰੀ ਇਮਾਰਤਾਂ ਤੇ ਕੌਮੀ ਇਮਾਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਮੁੱਖ ਮੰਤਰੀ ਨੇ ਕਿਹਾ ਕਿ ਹਿਮਾਚਲ ਦੇ ਵਿੱਚ ਖਾਲਿਸਤਾਨ ਦੇ ਝੰਡੇ ਲਗਾਉਣ ਦਾ ਮਾਮਲਾ ਗੰਭੀਰ ਹੈ, ਜਿਸ ਕਾਰਨ ਸੂਬੇ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਮੁੱਖ ਮੰਤਰੀ ਨੇ ਵੀ ਕਿਹਾ ਕਿ ਕੇਂਦਰ ਨੂੰ ਵੀ ਇਸ ਮਾਮਲੇ ਤੇ ਜਾਣੂ ਕਰਵਾ ਦਿੱਤਾ ਗਿਆ।
ਉਧਰ ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸੋਮਵਾਰ ਸਬੂਤ ਪੇਸ਼ ਕਰਕੇ ਪੰਜਾਬ ਪੁਲਿਸ ਦੇ ਡੀਐਸਪੀ ਕੁਲਜਿੰਦਰ ਸਿੰਘ ਸੰਧੂ ਦੇ ਨਸ਼ਾ ਤਸਕਰਾਂ ਦੇ ਨਾਲ ਸੰਬੰਧਾਂ ਦਾ ਪਰਦਾਫਾਸ਼ ਕਰਦਾ ਦੱਸਿਆ ਕਿ ਕੁਲਜਿੰਦਰ ਸਿੰਘ ਸੰਧੂ ਨੂੰ ਸਬ ਇੰਸਪੈਕਟਰ ਦੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਤੇ ਉਸਨੇ ਖੁਦ ਐਫਆਈਆਰ ਦਰਜ ਕਰਵਾਈ ਹੈ ਕਿ ਉਸਨੇ ਨੌਕਰੀ ਬਹਾਲੀ ਦੇ ਲਈ 38 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਹੈ। ਸਿਰਸਾ ਨੇ ਅੱਜ ਇੱਥੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਆਦੇਸ਼ ਗੁਪਤਾ ਦੇ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਦਾਅਵੇ ਕਰ ਰਹੇ ਨੇ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਜਾ ਰਹੇ ਹਾਂ, ਪਰ ਅਸਲ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਵਿੱਚ ਉਹੀ ਅਫਸਰ ਨਿਯੁਕਤ ਕੀਤੇ ਨੇ ਜੋ ਨਸ਼ਾ ਤਸਕਰੀ ਦੇ ਮਾਹਰ ਨੇ। ਇਹ ਅਫਸਰ ਇਹਨਾਂ ਲੋਕਾਂ ਦੇ ਲਈ ਪੈਸੇ ਇਕੱਠੇ ਕਰ ਰਹੇ ਨੇ ਅਤੇ ਇਹਨਾਂ ਨੂੰ ਆਮ ਆਦਮੀ ਪਾਰਟੀ ਦਾ ਸਮਰਥਨ ਹਾਸਲ ਹੈ। ਸਿਰਸਾ ਨੇ ਦੱਸਿਆ ਕਿ ਕੁਲਜਿੰਦਰ ਸਿੰਘ ਸੰਧੂ ਦੇ ਨਾਂ ਤੇ ਇਸ ਵਿਅਕਤੀ ਨੂੰ 21 ਅਪ੍ਰੈਲ 2015 ਨੂੰ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਵਜੋਂ ਨੌਕਰੀ ਤੋਂ ਇਸ ਕਰਕੇ ਬਰਖਾਸਤ ਕਰ ਦਿੱਤਾ ਗਿਆ ਸੀ ਕਿਉਂਕਿ ਉਸਨੇ ਮੋਗਾ ਵਿਖੇ ਇੱਕ ਜਾਇਦਾਦ ਦੇ ਕੇਸ ਦੇ ਵਿੱਚ ਦੋਸ਼ੀ ਧਿਰ ਦੀ ਮਦਦ ਕੀਤੀ ਅਤੇ ਇੱਕ ਕਤਲ ਹੋਇਆ ਸੀ। ਉਹਨਾਂ ਨੇ ਕਿਹਾ ਕਿ ਇਹ ਵਿਅਕਤੀ 38 ਲੱਖ ਰੁਪਏ ਦੀ ਰਿਸ਼ਵਤ ਦੇ ਕੇ ਨਾ ਸਿਰਫ ਪੰਜਾਬ ਪੁਲਿਸ ਦੀ ਨੌਕਰੀ ਤੇ ਵਾਪਸ ਆ ਗਿਆ ਜੋ ਕਿ ਹੁਣ ਡੀਐਸਪੀ ਬਣਿਆ ਬੈਠਾ ਹੈ। ਉਹਨਾਂ ਨੇ ਦੱਸਿਆ ਕਿ ਇਹ ਦਾਅਵਾ ਉਹ ਖੁਦ ਨਹੀਂ ਕਰ ਰਹੇ ਸਗੋਂ ਕੁਲਜਿੰਦਰ ਸਿੰਘ ਸੰਧੂ ਦੇ ਖੁਦ ਐਫਆਈਆਰ ਦਰਜ ਕਰਵਾਈ ਹੈ ਤੇ ਉਸਦੇ ਪੰਜਾਬ ਪੁਲਿਸ ਹੈੱਡਕੁਆਰਟਰ ਦੇ ਵਿੱਚ ਤਾਇਨਾਤ ਇੱਕ ਏਐਸਆਈ ਨੂੰ ਨੌਕਰੀ ਬਹਾਲੀ ਦੇ ਲਈ 38 ਲੱਖ ਰੁਪਏ ਦਿੱਤੇ ਨੇ ਜੋ ਕਿ ਪੈਸੇ ਲੈ ਕੇ ਭੱਜ ਗਿਆ। ਸਿਰਸਾ ਨੇ ਕਿਹਾ ਕਿ ਕੁਲਜਿੰਦਰ ਸਿੰਘ ਉਹੀ ਵਿਅਕਤੀ ਹੈ ਜਿਸ ਦੀ ਮੁਹਾਲੀ ਦੇ ਵਿੱਚ ਤਾਇਨਾਤੀ ਦੀ ਮੰਗ ਸਰਬਜੀਤ ਸਿੰਘ ਡੀਜੀਪੀ ਦੇ ਨਾਲ ਮੀਟਿੰਗ ਦੌਰਾਨ ਕੀਤੀ ਸੀ, ਜਿਸ ਦੀ ਆਡੀਓ ਉਹਨਾਂ ਨੇ ਮੌਕੇ ਦੇ ਉੱਤੇ ਸੁਣਾਈ। ਉਹਨਾਂ ਨੇ ਦੱਸਿਆ ਕਿ ਇਸ ਮੀਟਿੰਗ ਦੇ ਵਿੱਚ ਸਰਬਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਆਰਡੀਐਕਸ ਆ ਚੁੱਕਿਆ ਤੇ ਕੁਲਜਿੰਦਰ ਸਿੰਘ ਨੂੰ ਇਹ ਸਭ ਦੀ ਜਾਣਕਾਰੀ ਹੈ। ਉਹਨਾਂ ਨੇ ਕਿਹਾ ਕਿ ਹੁਣ ਪੰਜਾਬ ਦੇ ਵਿੱਚ ਜੋ ਆਰਡੀਐਕਸ ਬਰਾਮਦ ਹੋ ਰਿਹਾ ਉਹ ਕੁਲਜਿੰਦਰ ਸਿੰਘ ਕਰਕੇ ਹੀ ਹੋ ਰਿਹਾ ਕਿਉਂਕਿ ਉਸ ਨੂੰ ਪਤਾ ਹੈ ਕਿ ਆਰਡੀਐਕਸ ਕਿੱਥੇ ਪਿਆ। ਸਿਰਸਾ ਨੇ ਇਸ ਮੌਕੇ ਸਰਬਜੀਤ ਸਿੰਘ ਤੇ ਡੀਜੀਪੀ ਦਰਮਿਆਨ ਹੋਈ ਗੱਲਬਾਤ ਦੀ ਆਡੀਓ ਵੀ ਮੀਡੀਆ ਦੇ ਸਾਹਮਣੇ ਸੁਣਾਈ, ਜਿਸ ਦੇ ਵਿੱਚ ਸਰਬਜੀਤ ਸਿੰਘ ਡੀਜੀਪੀ ਦੇ ਸਾਫ਼ ਕਹਿ ਰਿਹਾ ਹੈ ਕਿ ਮੇਰਾ ਬੰਦਾ ਕੁਲਜਿੰਦਰ ਸਿੰਘ ਜੋ ਪੱਟੀ ਦੇ ਵਿੱਚ ਤਾਇਨਾਤ ਹੈ ਉਸ ਨੂੰ ਮੋਹਾਲੀ ਦੇ ਵਿੱਚ ਤਾਇਨਾਤ ਕਰ ਦਿੱਤਾ ਜਾਵੇ ਤੇ ਅੱਜ ਇੱਥੇ ਡੀਐਸਪੀ ਦੇ ਵਜੋਂ ਤਾਇਨਾਤ ਹੈ। ਉਹਨਾਂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਰਬਜੀਤ ਸਿੰਘ ਆਡੀਓ ਦੇ ਵਿੱਚ ਕਹਿ ਰਿਹਾ ਕਿ ਇਹਨਾਂ ਆਰਡੀਐਕਸ ਹੈ ਕਿ ਮੋਦੀ ਸਰਕਾਰ ਦੀਆਂ ਅੱਖਾਂ ਖੁੱਲ ਜਾਣਗੀਆਂ। ਸਿਰਸਾ ਨੇ ਕਿਹਾ ਕਿ ਅਸੀਂ ਹਮੇਸ਼ਾ ਕਹਿੰਦੇ ਆ ਰਹੇ ਹਾਂ ਕਿ ਅਰਵਿੰਦ ਕੇਜਰੀਵਾਲ ਸਿੱਖਾਂ ਦਾ ਦੁਸ਼ਮਣ ਹੈ ਤੇ ਇਹ ਸਿੱਖਾਂ ਨੂੰ ਨਜਾਇਜ਼ ਜੇਲ੍ਹਾਂ ਦੇ ਵਿੱਚ ਬੰਦ ਕਰਵਾਏਗਾ। ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਜਿਹੜੇ ਅਧਿਕਾਰੀ ਤਾਇਨਾਤ ਹੋ ਰਹੇ ਨੇ ਉਹ ਸਾਰੇ ਦਾਗੀ ਨੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਤੇ ਮਾਵਾਂ ਨੂੰ ਅਪੀਲ ਕਰਦੇ ਨੇ ਕਿ ਉਹ ਆਪਣੇ ਬੱਚਿਆਂ ਨੂੰ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਰੱਖਣ ਕਿਉਂਕਿ ਤੁਹਾਡੇ ਬੱਚਿਆਂ ਦੇ ਵਿਰੁੱਧ ਆਰਡੀਐਕਸ ਤੇ ਨਸ਼ਿਆਂ ਦੇ ਕੇਸ ਦਰਜ ਹੋ ਸਕਦੇ ਨੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਕੋਈ ਸੁਣਵਾਈ ਨਹੀਂ ਹੈ, ਉਹ ਸਿਰਫ ਇੱਕ ਡੰਮੀ ਸੀਐਮ ਹੈ, ਉਸ ਦੇ ਵਿੱਚ ਹਿੰਮਤ ਨਹੀਂ ਹੈ ਕਿ ਕਾਰਵਾਈ ਕਰ ਸਕਣ। ਉਹਨਾਂ ਨੇ ਕਿਹਾ ਕਿ ਦਿੱਲੀ ਤੋਂ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਕੱਲ੍ਹ ਹੀ ਵੀਡੀਓ ਕਾਨਫਰੰਸਿੰਗ ਮੀਟਿੰਗ ਹੋਈ ਜਿਸ ਦੇ ਵਿੱਚ ਦਿੱਲੀ ਤੋਂ ਪੰਜਾਬ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ। ਉਹਨਾਂ ਨੇ ਕਿਹਾ ਕਿ ਜਿਹੜੇ ਅਧਿਕਾਰੀ ਹਨੀ ਮਨੀ ਤੇ ਚੰਨੀ ਦੀਆਂ ਗੱਲਾਂ ਕਰਦੇ ਸਨ ਉਹ ਅੱਜ ਕੱਲ੍ਹ ਕੇਜਰੀਵਾਲ ਦੇ ਲਈ ਕੰਮ ਕਰਦੇ ਨੇ। ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਸਿੰਘਪੂੜਾ ਨੇੜੇ ਸ਼ੱਕੀ ਨਾਲੇ ਦੇ ਵਿੱਚ ਗੁੱਜਰ ਭਾਈਚਾਰੇ ਦੇ ਇੱਕ ਵਿਅਕਤੀ ਦੀਆਂ ਕਰੀਬ 70 ਮੱਝਾਂ ਦਲਦਲ ਦੇ ਵਿੱਚ ਧੱਸ ਕੇ ਮਰ ਜਾਣ ਦਾ ਮਾਮਲਾ ਸਾਹਮਣੇ ਆਇਆ। ਉੱਥੇ ਪ੍ਰਸ਼ਾਸਨ ਦੇ ਵੱਲੋਂ ਮੱਝਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਾਮਯਾਬ ਨਹੀਂ ਹੋਇਆ। ਇਸ ਘਟਨਾ ਨੂੰ ਲੈ ਕੇ ਗੁੱਜਰ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਹੈ। ਜੇਸੀਬੀ ਦੀ ਮਦਦ ਦੇ ਨਾਲ ਮੌਕੇ ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੱਕੀ ਨਾਲੇ ਦੇ ਵਿੱਚੋਂ ਮਰੀਆਂ ਮੱਝਾਂ ਦੇਰ ਸ਼ਾਮ ਤੱਕ ਕੱਢਣ ਦੇ ਲਈ ਯਤਨ ਜਾਰੀ ਰਹੇ। ਇਸ ਮੌਕੇ ਗੁੱਜਰ ਭਾਈਚਾਰੇ ਦੇ ਪੀੜਤ ਪਰਿਵਾਰ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਤੋਂ ਹਰਦੋਰਵਾਲ ਨੂੰ ਜਾਣ ਦੇ ਲਈ ਜਦੋਂ ਆਪਣੀਆਂ ਮੱਝਾਂ ਸਮੇਤ ਪਿੰਡ ਸਿੰਘਪੂਰਾ ਕੋਲ ਪੈਂਦੇ ਸੱਕੀ ਨਾਲੇ ਦੇ ਕੋਲ ਪਹੁੰਚੇ ਤਾਂ ਪਾਣੀ ਪਿਆਉਣ ਦੇ ਲਈ ਮੱਝਾਂ ਸੱਕੀ ਨਾਲੇ ਦੇ ਵਿੱਚ ਉਤਾਰ ਦਿੱਤੀਆਂ, ਜਿੱਥੇ ਕਿ ਜ਼ਿਆਦਾ ਗਾਰ ਤੇ ਦਲਦਲ ਹੋਣ ਕਾਰਨ ਮੱਝਾਂ ਨਾਲੇ ਦੇ ਵਿੱਚ ਫਸ ਗਈਆਂ ਤੇ ਕੋਈ ਵੀ ਮੱਝ ਬਾਹਰ ਨਹੀਂ ਨਿਕਲ ਸਕੀ। ਉੱਥੇ ਹੀ ਇਸ ਮਾਮਲੇ ਦੀ ਸੂਚਨਾ ਮਿਲਣ ਤੇ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ। ਮੌਕੇ ਤੇ ਪਹੁੰਚੇ ਐਸਡੀਐਮ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਗਈ ਕਿ ਪਸ਼ੂਆਂ ਨੂੰ ਬਚਾਇਆ ਜਾ ਸਕੇ ਪਰ ਉਹ ਕਾਮਯਾਬ ਨਹੀਂ ਹੋ ਸਕੇ ਤੇ ਕਰੀਬ 70 ਮੱਝਾਂ ਦੀ ਮੌਤ ਹੋ ਗਈ। ਉੱਥੇ ਹੀ ਐਸਡੀਐਮ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਇਸ ਬਾਰੇ ਰਿਪੋਰਟ ਵੀ ਤਿਆਰ ਕੀਤੀ ਜਾਵੇਗੀ। ਉਧਰ ਪੰਜਾਬ ਦੇ ਮੋਹਾਲੀ ਸਥਿਤ ਸੈਕਟਰ 72 ਦੇ ਵਿੱਚ ਪੁਲਿਸ ਇੰਟੈਲੀਜੈਂਸ ਦਫ਼ਤਰ ਦੇ ਬਾਹਰ ਸੋਮਵਾਰ ਦੇਰ ਸ਼ਾਮ ਵੱਡਾ ਧਮਾਕਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ, ਜਿਸ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਫੈਲ ਗਈ। ਧਮਾਕੇ ਤੋਂ ਬਾਅਦ ਇੱਕ ਵੱਡੀ ਗਿਣਤੀ ਦੇ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ। ਜਾਣਕਾਰੀ ਦੇ ਮੁਤਾਬਕ ਮੋਹਾਲੀ ਦੇ ਐਸਪੀ ਮੌਕੇ ਤੇ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਖੂਫੀਆ ਵਿਭਾਗ ਦੇ ਦਫ਼ਤਰ ਦੀ ਤੀਜੀ ਮੰਜ਼ਲ ਦੇ ਰਾਕਟ ਵਰਗੀ ਕੋਈ ਚੀਜ਼ ਡਿੱਗੀ ਜਿਸ ਕਾਰਨ ਇਹ ਧਮਾਕਾ ਹੋਇਆ। ਇਸ ਧਮਾਕੇ ਦੇ ਨਾਲ ਦਫ਼ਤਰ ਦੀਆਂ ਕਈ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਨੇ। ਹਾਲਾਂਕਿ ਖੁਸ਼ਕਿਸਮਤੀ ਦੇ ਨਾਲ ਇਸ ਧਮਾਕੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਦੇ ਕਈ ਉੱਚ ਅਧਿਕਾਰੀ ਮੌਕੇ ਤੇ ਮੌਜੂਦ ਤੇ ਮਾਮਲੇ ਦੀ ਜਾਂਚ ਵੀ ਕਰ ਰਹੇ ਨੇ। ਪੰਜਾਬ ਪੁਲਿਸ ਦੇ ਵੱਲੋਂ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ। ਸੂਤਰਾਂ ਦੇ ਮੁਤਾਬਕ ਪੁਲਿਸ ਨੂੰ ਮੌਕੇ ਤੇ ਕੁਝ ਵਿਸਫੋਟਕ ਵੀ ਮਿਲੇ ਨੇ। ਸੂਤਰਾਂ ਨੇ ਦੱਸਿਆ ਕਿ ਇਸ ਰਾਕਟ ਪ੍ਰੋਪਲੈਂਡ ਗ੍ਰੇਨੇਡ ਦੇ ਨਾਲ ਖੁਫੀਆ ਦਫ਼ਤਰ ਤੇ ਹਮਲਾ ਕੀਤਾ ਗਿਆ ਸੀ। ਇਸ ਨੂੰ ਰਾਕਟ ਲਾਂਚਰ ਦੀ ਮਦਦ ਦੇ ਨਾਲ ਦਾਗਿਆ ਗਿਆ। ਉਧਰ ਪੰਜਾਬ ਦੇ ਵਿੱਚ ਦਿੱਲੀ ਦਾ ਸਿੱਖਿਆ ਮਾਡਲ ਲਾਗੂ ਕਰਨ ਦੇ ਲਈ ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲੁਧਿਆਣਾ ਵਿਖੇ ਸੂਬਾ ਪੱਧਰੀ ਮੀਟਿੰਗ ਕੀਤੀ ਗਈ, ਜਿਸ ਦੇ ਵਿੱਚ ਸੀਐਮ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਤੇ ਅਧਿਆਪਕਾਂ ਦੇ ਨਾਲ ਮੁਲਾਕਾਤ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਹ ਸੰਡੌਰਾ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਵੱਡਾ ਐਲਾਨ ਕਰ ਸਕਦੇ ਨੇ। ਮੁੱਖ ਮੰਤਰੀ ਦੇ ਵੱਲੋਂ ਇਹ ਮੀਟਿੰਗ ਲੁਧਿਆਣਾ ਦੀ ਫਿਰੋਜ਼ਪੁਰ ਰੋਡ ਤੇ ਸਥਿਤ ਇੱਕ ਰਿਜ਼ੋਰਟ ਦੇ ਵਿੱਚ ਹੋਵੇਗੀ। ਇਸ ਮੀਟਿੰਗ ਦੇ ਵਿੱਚ ਪੰਜਾਬ ਭਰ ਤੋਂ ਵੱਡੇ ਪੱਧਰ ਤੇ ਸਿੱਖਿਆ ਅਧਿਕਾਰੀ ਤੇ ਹੋਰ ਅਫਸਰ ਵੀ ਸ਼ਾਮਲ ਹੋਣਗੇ ਜੋ ਕਿ ਆਪਣੇ ਸੁਝਾਅ ਦੇਣਗੇ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਦੇ ਵੱਲੋਂ ਇਹਨਾਂ ਅਧਿਕਾਰੀਆਂ ਦੀ ਸਹੂਲਤ ਦੇ ਲਈ ਏਸੀ ਬੱਸਾਂ
ਬੱਸਾਂ ਦਾ ਇੰਤਜ਼ਾਮ ਕੀਤਾ ਗਿਆ। ਲੁਧਿਆਣਾ ਦੇ ਵਿੱਚ ਹੋਣ ਵਾਲੀ ਇਸ ਮੀਟਿੰਗ ਦੇ ਲਈ ਸਾਰੇ ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ ਦੇ 2688 ਪ੍ਰਿੰਸੀਪਲ ਸਮੇਤ DEO PPO ਪਹੁੰਚ ਰਹੇ ਨੇ। ਜਾਣਕਾਰੀ ਦੇ ਮੁਤਾਬਕ ਇਸ ਤਰ੍ਹਾਂ ਪਹਿਲੀ ਵਾਰ ਹੈ ਕਿ ਕੋਈ ਮੁੱਖ ਮੰਤਰੀ ਸਰਕਾਰੀ ਸਕੂਲਾਂ ਦਾ ਪੱਧਰ ਸੁਧਾਰਨ ਦੇ ਉਦੇਸ਼ ਦੇ ਵਿੱਚ ਇੰਨੀ ਵੱਡੀ ਬੈਠਕ ਪ੍ਰਿੰਸੀਪਲਾਂ ਦੇ ਨਾਲ ਕਰਨ ਜਾ ਰਿਹਾ ਹੈ। ਉਧਰ ਗ੍ਰਹਿ ਮੰਤਰਾਲੇ ਨੇ ਜਨਗਣਨਾ ਨੂੰ ਹੋਰ ਵੀ ਜ਼ਿਆਦਾ ਸਾਇੰਟਿਫਿਕ ਬਣਾਉਣ ਦੇ ਲਈ ਆਧੁਨਿਕ ਤਕਨੀਕਾਂ ਦੇ ਨਾਲ ਜੋੜਨ ਦਾ ਫੈਸਲਾ ਕੀਤਾ। ਸੋਮਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜਨਗਣਨਾ ਮੋਡ ਦੇ ਵਿੱਚ ਹੋਵੇਗੀ, ਜਿਸ ਤਹਿਤ ਪੂਰਨ ਜਨਗਣਨਾ ਕੀਤੀ ਜਾ ਸਕੇਗੀ, ਜੋ ਕਿ 100% ਸਹੀ ਹੋਵੇਗੀ। ਗੁਹਾਟੀ ਦੇ ਅਮੀਗਾਓ ਪੁੱਜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਨਗਣਨਾ ਸੰਚਾਲਨ ਡਾਇਰੈਕਟੋਰੇਟ ਦੇ ਦਫ਼ਤਰ ਭਵਨ ਦੇ ਵਿੱਚ ਉਦਘਾਟਨ ਕਰਦਿਆਂ ਹੋਇਆਂ ਦੇਸ਼ ਦੇ ਵਿਕਾਸ ਦੀ ਬਿਹਤਰ ਯੋਜਨਾ ਦੇ ਲਈ ਉਚਿਤ ਜਨਗਣਨਾ ਦਾ ਮਹੱਤਵ ਤੇ ਜ਼ੋਰ ਦਿੱਤਾ। ਉਹਨਾਂ ਨੇ ਕਿਹਾ ਕਿ ਅਗਲੀ ਜਨਗਣਨਾ ਮੋਡ ਦੇ ਵਿੱਚ ਹੋਣ ਦੇ ਨਾਲ ਇਹ 100% ਦੀ ਪੂਰਨ ਗਣਨਾ ਹੋਵੇਗੀ ਤੇ ਇਸ ਦੇ ਆਧਾਰ ਤੇ 25 ਸਾਲਾਂ ਦੇ ਲਈ ਦੇਸ਼ ਦੇ ਵਿਕਾਸ ਯੋਜਨਾਵਾਂ ਬਣਾਈਆਂ ਜਾਣਗੀਆਂ। ਇਸ ਦੌਰਾਨ ਸ਼ਾਹ ਨੇ ਕਿਹਾ ਕਿ ਜਨਮ ਤੋਂ ਬਾਅਦ ਉਸ ਦਾ ਵੇਰਵਾ ਜਨਗਣਨਾ ਰਜਿਸਟਰ ਦੇ ਵਿੱਚ ਜੋੜਿਆ ਜਾਵੇਗਾ ਤੇ 18 ਸਾਲ ਦੀ ਉਮਰ ਤੋਂ ਬਾਅਦ ਨਾ ਵੋਟਰ ਸੂਚੀ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਤੇ ਮੌਤ ਤੋਂ ਬਾਅਦ ਨਾ ਹਟਾ ਦਿੱਤਾ ਜਾਵੇਗਾ। ਅਮਿਤ ਸ਼ਾਹ ਨੇ ਕਿਹਾ ਕਿ ਇਸ ਦੇ ਨਾਲ ਨਾ ਪਤਾ ਬਦਲਣ ਦੇ ਵਿੱਚ ਸੌਖ ਹੋਵੇਗੀ। ਉਹਨਾਂ ਨੇ ਵੀ ਕਿਹਾ ਕਿ ਜਨਮ ਅਤੇ ਮੌਤ ਰਜਿਸਟਰ ਨੂੰ ਜਨਗਣਨਾ ਦੇ ਨਾਲ ਜੋੜਿਆ ਜਾਵੇਗਾ। 2024 ਤੱਕ ਹਰ ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ ਹੋਵੇਗੀ, ਯਾਨੀ ਕਿ ਦੇਸ਼ ਦੀ ਜਨਗਣਨਾ ਆਪਣੇ ਆਪ ਅਪਡੇਟ ਹੋ ਜਾਵੇਗੀ। ਅਮਿਤ ਸ਼ਾਹ ਨੇ ਕਿਹਾ ਕਿ ਸੌਫਟਵੇਅਰ ਲਾਂਚ ਹੋਣ ਤੋਂ ਮੈਂ ਤੇ ਮੇਰਾ ਪਰਿਵਾਰ ਸਭ ਤੋਂ ਪਹਿਲਾਂ ਆਨਲਾਈਨ ਸਾਰੇ ਵੇਰਵੇ ਭਰਾਂਗੇ। ਅਮਿਤ ਸ਼ਾਹ ਨੇ ਕਿਹਾ ਕਿ ਨੀਤੀ ਨਿਰਮਾਣ ਦੇ ਵਿੱਚ ਜਨਗਣਨਾ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਸਿਰਫ ਜਨਗਣਨਾ ਹੀ ਦੱਸ ਸਕਦੀ ਹੈ ਕਿ SC ਔਰ ST ਦੀ ਸਥਿਤੀ ਕੀ ਹੈ। ਇਸ ਤੋਂ ਇਲਾਵਾ ਪਹਾੜਾਂ, ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਲੋਕਾਂ ਦੀ ਜੀਵਨ ਸ਼ੈਲੀ ਕਿਸ ਤਰ੍ਹਾਂ ਦੀ ਹੈ। ਇਸ ਦੇ ਨਾਲ ਹੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਆਪਣੇ ਦੋਸਤ ਸ਼ੀਤਲ ਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ HSN ਨਿਊਜ਼ ਦੇ ਨਾਲ।